Dear student, today we are going to discuss the isothermal process. It is also called isothermal operation or isothermal change. ਬੇਟਾ ਕੋਈ ਵੀ ਸਾਡੇ ਕੋਲ ਗੈਸ ਹੈ, ਅਸੀਂ ਕੈਮਿਸਟਰੀ ਦੇ ਵਿੱਚ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਦੋ ਤਰ੍ਹਾਂ ਦੀ ਗੈਸਿਸ ਨੇ, ਰੀਅਲ ਗੈਸ ਤੇ ਆਈਡੀਅਲ ਗੈਸ। ਜ਼ਿਆਦਾਤਰ ਗੈਸਿਸ ਜਿਹੜੀਆਂ ਨੇ ਰੀਅਲ ਹੁੰਦੀਆਂ ਨੇ, ਪਰ ਅਸੀਂ ਉਹਨਾਂ ਨੂੰ ਨੀਅਰਲੀ ਆਈਡੀਅਲ ਮੰਨ ਸਕਦੇ ਹਾਂ ਐਟ ਹਾਈ ਟੈਂਪਰੇਚਰ ਤੇ ਲੋ ਪ੍ਰੈਸ਼ਰ ਦੇ ਉੱਤੇ। ਜ਼ਿਆਦਾਤਰ ਸਾਨੂੰ ਗੈਸਿਸ ਜਿਹੜੀ ਵੀ ਮਿਲਦੀਆਂ ਨੇ ਉਹ ਸਾਰੀਆਂ ਰੀਅਲ ਨੇ, ਪਰ ਅਸੀਂ ਜਿਹੜਾ ਅਜ਼ਿਊਮ ਕਰਦੇ ਹਾਂ ਕਿ ਆਹ ਗੈਸ ਜਿਹੜੀ ਹੈ ਆਈਡੀਅਲ, ਰੀਅਲ ਗੈਸ ਤੋਂ ਆਈਡੀਅਲ ਗੈਸ ਜਿਹੜੀ ਹੈ ਜੇ ਉਹਨੂੰ ਕਨਵਰਟ ਕਰਨਾ ਹੈ ਤਾਂ ਸਾਨੂੰ ਹਾਈ ਟੈਂਪਰੇਚਰ ਤੇ ਲੋ ਪ੍ਰੈਸ਼ਰ ਕਰਨਾ ਪਏਗਾ। ਐਟ ਹਾਈ ਟੈਂਪਰੇਚਰ ਐਂਡ ਲੋ ਪ੍ਰੈਸ਼ਰ the gases that nearly become the ideal gas. Now ਹਰ ਇੱਕ ਗੈਸ ਦੇ ਬੇਟਾ ਤਿੰਨ ਪੈਰਾਮੀਟਰ ਤੇ ਜ਼ਰੂਰ ਆਪਾਂ ਪੜ੍ਹੇ ਨੇ। ਇੱਕ ਗੈਸ ਦਾ ਪ੍ਰੈਸ਼ਰ ਹੁੰਦਾ ਹੈ, ਇੱਕ ਗੈਸ ਦਾ ਟੈਂਪਰੇਚਰ ਹੁੰਦਾ ਹੈ ਤੇ ਇੱਕ ਗੈਸ ਦਾ ਬੇਟਾ ਅਸੀਂ ਵੋਲੀਅਮ ਬਾਰੇ ਆਪਾਂ ਡਿਸਕਸ ਕੀਤਾ ਹੈ। ਕੋਈ ਵੀ ਗੈਸ ਹੈ ਜੇ ਉਹਦੀ ਆਪਾਂ ਸਟੱਡੀ ਕਰਨੀ ਹੈ, ਉਹਦਾ ਪ੍ਰੈਸ਼ਰ, ਉਹਦਾ ਵੋਲੀਅਮ ਤੇ ਉਹਦੇ ਟੈਂਪਰੇਚਰ ਬਾਰੇ ਆਪਾਂ ਜਿਹੜਾ ਹੈ ਉਹਦੀ ਸਟੱਡੀ ਕਰਦੇ ਹਾਂ। ਤੁਸੀਂ ਇੱਕ ਇਕੁਏਸ਼ਨ ਵੀ ਬੇਟਾ ਪੜ੍ਹੀ ਹੋਈ ਹੈ, PV = nRT। ਇਸ ਨੂੰ ਅਸੀਂ ਬੋਲਦੇ ਹਾਂ ਆਈਡੀਅਲ ਗੈਸ ਇਕੁਏਸ਼ਨ। ਦਿਸ ਇਜ਼ ਦਾ ਆਈਡੀਅਲ ਗੈਸ ਇਕੁਏਸ਼ਨ। ਕਿਸੇ ਵੀ ਗੈਸ ਦੀ ਸਟੇਟ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਿਹੜੀ ਇਕੁਏਸ਼ਨ ਹੈ, that is called ideal gas equation, and here P is the pressure, V ਇਹਨੂੰ ਕੈਪੀਟਲ ਲਿਖਣਾ ਹੈ ਬੇਟਾ, it is the volume, N is the number of moles, ਗੈਸ ਦੇ ਕਿੰਨੇ moles ਨੇ, R is a gas constant, it is a gas constant, and what is T? T is the temperature of the gas। ਇਹ ਆਲਰੇਡੀ ਤੁਸੀਂ ਬੇਟਾ ਕੈਮਿਸਟਰੀ ਦੇ ਵਿੱਚ ਅਸੀਂ ਪੜ੍ਹਦੇ ਹਾਂ। This is called ਆਈਡੀਅਲ ਗੈਸ ਇਕੁਏਸ਼ਨ। ਮੈਂ ਦੁਬਾਰਾ ਲਿਖ ਦਿੰਦਾ, ਵੈਸੇ ਤੁਹਾਨੂੰ ਪਤਾ ਹੀ ਹੈ ਆਈਡੀਅਲ, ਇਹ ਆ ਜਾਏਗਾ ਸਾਡੇ ਕੋਲ ਗੈਸ ਇਕੁਏਸ਼ਨ। ਇਹ ਸਿਰਫ ਤੇ ਸਿਰਫ ਬੇਟਾ ਆਈਡੀਅਲ ਗੈਸ ਵਾਸਤੇ ਹੀ ਜਿਹੜੀ ਹੈ ਇਕੁਏਸ਼ਨ ਜਿਹੜੀ ਹੈ ਓਬੇ ਹੁੰਦੀ ਹੈ। ਪ੍ਰੈਸ਼ਰ, ਵੋਲੀਅਮ, ਨੰਬਰ ਆਫ ਮੋਲਸ, ਗੈਸ ਕਾਂਸਟੈਂਟ ਐਂਡ T ਇਜ਼ ਦਾ ਟੈਂਪਰੇਚਰ। ਨਾਓ ਕਿਸੇ ਵੀ ਗੈਸ ਦੀ ਸਟੱਡੀ ਕਰਨੀ ਹੈ, ਉਹਦਾ ਪ੍ਰੈਸ਼ਰ ਬਾਰੇ ਸਟੱਡੀ ਕਰਾਂਗੇ, ਉਹਦੇ ਵੋਲੀਅਮ ਬਾਰੇ ਸਟੱਡੀ ਕਰਾਂਗੇ, ਉਹ 'ਚ ਕਿੰਨੇ ਨੰਬਰ ਆਫ ਮੋਲਸ ਨੇ ਉਹਦੇ ਬਾਰੇ ਸਮਝਾਂਗੇ, ਤੇ ਨਾਲ ਉਹਦਾ ਟੈਂਪਰੇਚਰ ਕਿੰਨਾ ਉਹਦੇ ਬਾਰੇ ਆਪਾਂ ਬੇਟਾ ਸਟੱਡੀ ਕਰਦੇ ਹਾਂ। ਨਾਓ ਇਹਨਾਂ ਤੁਹਾਨੂੰ ਕਲੀਅਰ। ਨਾਓ ਕਮ ਟੂ ਦਾ ਮੇਨ ਟੌਪਿਕ। ਕੀ ਟੌਪਿਕ ਦਾ ਨਾਮ ਹੈ? ਆਈਸੋਥਰਮਲ ਪ੍ਰੋਸੈਸ। ਬੇਟਾ ਆਈਸੋ ਦਾ ਮਤਲਬ ਹੁੰਦਾ ਹੈ ਸੇਮ। ਆਈਸੋ ਦਾ ਮਤਲਬ ਹੁੰਦਾ ਹੈ ਸੇਮ। ਜਿਹੜਾ ਆਈਸੋ ਲਿਖਿਆ ਇਟ ਮੀਨਸ ਸੇਮ। ਥਰਮਲ ਹੀਟ ਤੋਂ ਜਾਂ ਟੈਂਪਰੇਚਰ ਵਾਸਤੇ ਹੋ ਗਿਆ, ਤੇ ਇਹ ਬੇਟਾ ਆ ਗਿਆ ਪ੍ਰੋਸੈਸ। ਨਾਓ ਉਹ ਪ੍ਰੋਸੈਸ ਇਨ ਵਿਚ, ਉਹ ਪ੍ਰੋਸੈਸ ਜਿਹਦੇ ਵਿੱਚ ਦੇਰ ਇਜ਼ ਚੇਂਜ ਇਨ ਪ੍ਰੈਸ਼ਰ, ਗੈਸ ਦੇ ਪ੍ਰੈਸ਼ਰ ਵਿੱਚ ਚੇਂਜ ਆਵੇ, ਮਤਲਬ ਪ੍ਰੈਸ਼ਰ ਵਧੇ ਜਾਂ ਪ੍ਰੈਸ਼ਰ ਘਟ ਜਾਵੇ ਗੈਸ ਦਾ, ਵੋਲੀਅਮ ਦੇ ਵਿੱਚ ਚੇਂਜ ਆਵੇ, ਪ੍ਰੈਸ਼ਰ ਵਿੱਚ ਚੇਂਜ ਆਵੇ, ਵੋਲੀਅਮ ਦੇ ਵਿੱਚ ਚੇਂਜ ਆਵੇ ਗੈਸ ਦੀ, ਬਟ देयर इज नो एनी चेंज इन टेंपरेचर। पर जरा साडा जिहड़ा टेंपरेचर है वो सेम रवे, उस प्रोसैस नूं असीं की बोलदे हां? आइसोथर्मल प्रोसैस। हाँ जी बेटा क्लीयर। वो प्रोसैस ਜਿਹਦੇ ਵਿੱਚ ਟੈਂਪਰੇਚਰ ਗੈਸ ਦਾ ਹਮੇਸ਼ਾ ਸੇਮ ਰਵੇ, ਨਾ ਇਨਕਰੀਜ਼ ਹੋਵੇ ਨਾ ਡਿਕਰੀਜ਼ ਹੋਵੇ, ਉਸ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਆਈਸੋਥਰਮਲ ਪ੍ਰੋਸੈਸ। ਵੋਲੀਅਮ ਵੱਧਦਾ ਹੈ, ਵਧੇ, ਆਪਣਾ ਪ੍ਰੈਸ਼ਰ ਵੱਧਦਾ ਹੈ, ਘਟਦਾ ਹੈ, ਜੋ ਮਰਜ਼ੀ ਹੋਵੇ, ਪਰ ਤੁਸੀਂ ਧਿਆਨ ਰੱਖਣਾ ਹੈ ਕਿ ਉਹਦਾ ਜਿਹੜਾ ਟੈਂਪਰੇਚਰ ਹੈ ਨਾ ਗੈਸ ਦਾ, ਉਹ ਹਮੇਸ਼ਾ ਸੇਮ ਰਹਿਣਾ ਚਾਹੀਦਾ ਹੈ, ਤੇ ਇਸ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਆਈਸੋਥਰਮਲ ਪ੍ਰੋਸੈਸ। ਹਾਂਜੀ ਬੇਟਾ ਕਲੀਅਰ। ਇਸ ਤੋਂ ਇਲਾਵਾ ਹੋਰ ਪ੍ਰੋਸੈਸਿਸ ਵੀ ਹੁੰਦੀਆਂ ਨੇ, ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਜਿਹੜਾ ਡਿਸਕਸ ਕਰਾਂਗੇ। ਐਡੀਆਬੈਟਿਕ ਪ੍ਰੋਸੈਸ ਹੁੰਦੀ ਹੈ, ਠੀਕ ਹੈ ਬੇਟਾ। ਆਈਸੋਕੋਰਿਕ ਪ੍ਰੋਸੈਸ ਹੁੰਦੀ ਹੈ,
ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਡਿਸਕਸ ਕਰਨਾ ਹੈ। ਲੇਕਿਨ ਅੱਜ ਦੇ ਲੈਕਚਰ ਵਿੱਚ ਅਸੀਂ ਮੇਨ ਫੋਕਸ ਸਾਰਾ ਅਸੀਂ ਦੇਣਾ ਹੈ ਕਿ ਆਈਸੋਥਰਮਲ ਪ੍ਰੋਸੈਸ ਕੀ ਹੈ ਤੇ ਇਹਨੂੰ ਅਸੀਂ ਕੈਰੀ ਕਿਵੇਂ ਕਰਨਾ ਹੈ। ਹੁਣ ਪ੍ਰੈਸ਼ਰ ਚੇਂਜ ਹੁੰਦਾ ਹੈ, ਵੋਲੀਅਮ ਚੇਂਜ ਹੋ ਰਿਹਾ ਹੈ, ਪਰ ਟੈਂਪਰੇਚਰ ਹਮੇਸ਼ਾ ਸੇਮ ਰਵੇ, ਇਹ ਕਿਸ ਤਰ੍ਹਾਂ ਪੋਸੀਬਲ ਹੈ, ਇਹਦੇ ਬਾਰੇ ਅਸੀਂ ਸਾਰਾ ਅੱਜ ਨਾਲ ਅਸੀਂ ਇਹਦਾ ਡਿਸਕਸ ਕਰਾਂਗੇ। ਹਾਂਜੀ ਬੇਟਾ, ਹੁਣ ਧਿਆਨ ਨਾਲ ਸੁਣੋ। ਹਾਊ ਟੂ ਕੈਰੀ ਆਊਟ ਆਈਸੋਥਰਮਲ ਪ੍ਰੋਸੈਸ। ਆਈਸੋਥਰਮਲ ਪ੍ਰੋਸੈਸ ਬੇਟਾ ਕਰਨੀ ਕਿਸ ਤਰ੍ਹਾਂ ਹੈ, ਹੁਣ ਧਿਆਨ ਨਾਲ ਸੁਣਨਾ ਜਿਹੜਾ, ਧਿਆਨ ਨਾਲ, ਬਹੁਤ ਹੀ ਇੰਪੋਰਟੈਂਟ ਹੈ ਤੇ ਬਹੁਤ ਹੀ ਈਜ਼ੀ ਵੀ ਹੈ। ਤੁਹਾਨੂੰ ਸੁਣਦਿਆਂ ਦੇ ਨਾਲ ਹੀ ਬੇਟਾ ਯਾਦ ਹੋ ਜਾਣਾ ਹੈ। ਜਸਟ 2 ਲਾਈਨਸ ਹੋਣੀਆਂ ਜਿਹੜੀਆਂ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਕਰਨੀਆਂ, ਪਰ ਹਰ ਇੱਕ ਬੱਚਾ ਪਹਿਲਾਂ ਇਹਨੂੰ ਬੜੇ ਧਿਆਨ ਨਾਲ ਸੁਣੇ, ਫਿਰ ਬੇਟਾ ਤੁਹਾਨੂੰ ਇਹ ਸਾਰੀ ਜ਼ਿੰਦਗੀ ਨਹੀਂ ਭੁੱਲੇਗਾ। ਨਾਓ ਕਮ ਟੂ ਦਾ ਪੁਆਇੰਟ। ਮੰਨ ਲਓ ਕਿ ਸਾਡੇ ਕੋਲ 1 ਮੋਲ ਆਈਡੀਅਲ ਗੈਸ ਹੈ। ਕਿੰਨੇ ਮੋਲ? ਮੈਂ 1 ਮੋਲ ਆਈਡੀਅਲ ਗੈਸ ਲੈ ਲਈ, 1 ਮੋਲ। ਜਦੋਂ ਮੈਂ 1 ਮੋਲ ਆਈਡੀਅਲ ਗੈਸ ਲੈ ਲਈ, ਕੋਈ ਵੀ ਹੈ ਗੈਸ ਆਈਡੀਅਲ ਅਸੀਂ ਲੈ ਲਈ, ਉਹਨੂੰ ਤੁਸੀਂ ਜਿਹੜਾ ਹੈ ਕਿਸੇ ਸਿਲੰਡਰ ਦੇ ਵਿੱਚ ਉਹਨੂੰ ਇਨਕਲੋਜ਼ ਕਰਤਾ। ਸਿਲੰਡਰ ਦੇ ਵਿੱਚ ਅਸੀਂ ਗੈਸ ਫਿਲ ਕਰ ਦਿੱਤੀ। ਕਿੰਨੇ ਮੋਲ? 1 ਮੋਲ ਮੈਂ ਆਪਣੇ ਲਈ ਲੈ ਰਿਹਾ, 1 ਮੋਲ ਗੈਸ, ਉਹਨੂੰ ਅਸੀਂ ਸਿਲੰਡਰ ਦੇ ਵਿੱਚ ਬੇਟਾ ਅਸੀਂ ਫਿਲ ਕਰ ਦਿੱਤਾ ਤੇ ਉਹ ਸਿਲੰਡਰ ਜਿਹੜਾ ਹੈ ਮੈਂ ਤੁਹਾਨੂੰ ਇੱਥੇ ਵਾਕੇ ਦਿਖਾਣਾ ਹੈ। ਮੰਨ ਲਓ ਵੀ ਆਹ ਸਾਡਾ ਜਿਹੜਾ ਹੈ ਉਹ ਸਿਲੰਡਰ ਹੈ। ਇਸ ਸਿਲੰਡਰ ਦੇ ਵਿੱਚ ਅਸੀਂ ਕੀ ਕੀਤਾ ਹੈ, 1 ਮੋਲ ਆਈਡੀਅਲ ਗੈਸ ਜਿਹੜੀ ਹੈ ਵਿੱਚ ਮੈਂ ਫਿਲ ਕਰ ਦਿੱਤੀ ਤੇ ਨਾਲ ਬੇਟਾ ਇਹਦੇ ਉੱਪਰ ਇੱਕ ਅਸੀਂ ਸਿਲੰਡਰ ਨੂੰ ਉੱਤੋਂ ਬੰਦ ਵੀ ਤੇ ਕਰਨਾ, ਨਹੀਂ ਤੇ ਗੈਸ ਤੇ ਲੀਕ ਹੋ ਜਾਏਗੀ। ਉਹਦੇ ਉੱਤੇ ਬੇਟਾ ਅਸੀਂ ਇੱਕ ਪਿਸਟਨ ਲਗਾ ਦਿੱਤਾ। ਇਹ ਸਾਡਾ ਪਿਸਟਨ ਹੈ ਜਿਨੇ ਸਿਲੰਡਰ ਦੇ ਵਿੱਚ ਗੈਸ ਨੂੰ ਇਨਕਲੋਜ਼ ਕੀਤਾ ਹੋਇਆ। ਇਸ ਤੋਂ ਬਗੈਰ ਜਿਹੜੀ ਹੈ ਬੇਟਾ ਜਿਹੜੀ ਗੈਸ ਹੈ ਨਾ ਉਹ ਬਾਹਰ ਨਿਕਲ ਜਾਏਗੀ। ਇਹ ਸਾਡਾ ਜਿਹੜਾ ਹੈ ਇਟ ਇਜ਼ ਅ ਪਿਸਟਨ ਜਿਨੇ ਅੰਦਰ ਗੈਸ ਨੂੰ ਇਨਕਲੋਜ਼ ਕਰਤਾ। ਆ ਸਾਡੀ ਥੱਲੇ ਕੀ ਹੈਗੀ ਹੈ? ਗੈਸ। ਕਿੰਨੇ ਮੋਲ? 1 ਮੋਲ ਆਈਡੀਅਲ ਗੈਸ। ਐਂਡ ਵਾਟ ਇਜ਼ ਦਿਸ? ਇਹ ਹੈਗਾ ਸਾਡਾ ਪਿਸਟਨ ਜਿਨੇ ਗੈਸ ਨੂੰ ਜਿਹੜਾ ਹੈ ਅੰਦਰ ਇਨਕਲੋਜ਼ ਕੀਤਾ ਹੈ। ਹੁਣ ਆ ਜਿਹੜਾ ਪਿਸਟਨ ਹੈ ਨਾ, ਇਟ ਇਜ਼ ਫ੍ਰਿਕਸ਼ਨਲੈਸ ਪਿਸਟਨ। ਹੁਣ ਧਿਆਨ ਨਾਲ ਸੁਣਨਾ, ਇਹ ਜਿਹੜਾ ਪਿਸਟਨ ਹੈ ਇਟ ਇਜ਼ ਫ੍ਰਿਕਸ਼ਨਲੈਸ, ਬਿਲਕੁਲ ਵੀ ਫ੍ਰਿਕਸ਼ਨ ਬੇਟਾ ਨਹੀਂ ਹੈ। ਫ੍ਰਿਕਸ਼ਨਲੈਸ ਸਾਡਾ ਜਿਹੜਾ ਹੈ ਉਹ ਪਿਸਟਨ ਹੈ। ਫ੍ਰਿਕਸ਼ਨਲੈਸ ਦਾ ਮਤਲਬ ਇਹ ਪਿਸਟਨ ਉੱਪਰ ਥੱਲੇ ਹੋ ਸਕਦਾ ਹੈ ਆਰਾਮ ਨਾਲ। ਜਿਸ ਤਰ੍ਹਾਂ ਬੇਟਾ ਅਸੀਂ ਕੋਈ ਚੀਜ਼ ਗੱਲ ਕਰੀਏ, ਜਿਵੇਂ ਸਾਈਕਲ ਵਿੱਚ ਆਪਾਂ ਹਵਾ ਭਰਦੇ ਹਾਂ, ਉਹ ਪੰਪ ਹੁੰਦਾ, ਉਹਦੇ ਨਾਲ ਉੱਪਰ ਥੱਲੇ ਆਪਾਂ ਕਰ ਸਕਦੇ ਹਾਂ ਜਿਸ ਤਰ੍ਹਾਂ ਉਹਨੂੰ, ਠੀਕ ਹੈ। ਇਹ ਪਿਸਟਨ ਜਿਹੜਾ ਹੈ ਇਹ ਮੂਵੇਬਲ ਹੈ, ਉੱਪਰ ਥੱਲੇ ਹੋ ਜਾਏਗਾ। ਇਹਦੇ ਵਿੱਚ ਬਿਲਕੁਲ ਵੀ ਫ੍ਰਿਕਸ਼ਨ ਬੇਟਾ ਨਹੀਂ ਹੈ। ਹਾਂਜੀ ਬੇਟਾ, ਕਲੀਅਰ? ਫ੍ਰਿਕਸ਼ਨ ਨਹੀਂ ਹੈ, ਈਜ਼ੀਲੀ ਜਿਹੜਾ ਉੱਪਰ ਥੱਲੇ ਜਿਹੜਾ ਹੈ ਹੋ ਸਕਦਾ ਹੈ। ਨਾਓ ਅੰਦਰ ਗੈਸ ਭਰ ਦਿੱਤੀ ਸਿਲੰਡਰ ਦੇ ਵਿੱਚ, ਪਿਸਟਨ ਜਿਹੜਾ ਹੈ ਮੂਵੇਬਲ ਹੈ। ਜੇ ਤੇ ਉੱਤੋਂ ਬੇਟਾ ਇਹਨੂੰ ਮੈਂ ਦਬਾਵਾਂਗਾ ਲਾਈਕ ਦਿਸ, ਮੈਂ ਇਹਨੂੰ ਉੱਤੇ ਫੋਰਸ ਲਗਾਣਾ ਹੈ, ਇਸ ਤਰ੍ਹਾਂ ਕਰਕੇ ਦਬਾਨਾ ਹੈ, ਦੈਨ ਵਾਟ ਵਿਲ ਹੈਪਨ? ਜਦੋਂ ਇਹਨੂੰ ਦਬਾਓਗੇ ਤੇ ਗੈਸ ਕੀ ਹੋਏਗੀ? ਕੰਪਰੈਸ ਹੋਏਗੀ। ਗੈਸ ਕੀ ਹੋਏਗੀ ਸਾਡੀ? ਕੰਪਰੈਸ। ਬੇਟਾ ਗੈਸ ਜਾਂ ਤੇ ਐਕਸਪੈਂਡ ਹੋ ਸਕਦੀ ਹੈ ਤੇ ਜਾਂ ਗੈਸ ਨੇ ਜਿਹੜਾ ਕੰਪਰੈਸ ਹੋਣਾ ਹੈ। ਇਹ 2 ਵਰਡਸ ਜਿਹੜੇ ਨੇ ਬੇਟਾ ਡੈਫੀਨੇਸ਼ਨ ਤੁਸੀਂ ਨੋਟ ਕਰ ਲਓ, ਐ ਮੈਂ ਰੱਬ ਕਰ ਦੇਣੀ ਹੈ। ਇਹ ਡੈਫੀਨੇਸ਼ਨ ਜਿਹੜੀ ਹੈ ਤੁਸੀਂ ਵੀਡੀਓ ਨੂੰ ਸਟਾਪ ਕਰਕੇ ਇਹਨੂੰ ਨੋਟ ਕਰ ਲਓ। ਤੁਹਾਨੂੰ ਵੈਸੇ ਪਤਾ ਲੱਗ ਗਿਆ ਕਿ ਆਈਸੋਥਰਮਲ ਪ੍ਰੋਸੈਸ ਦੇ ਵਿੱਚ ਟੈਂਪਰੇਚਰ ਸੇਮ ਰਹੇਗਾ, ਪ੍ਰੈਸ਼ਰ ਚੇਂਜ ਹੋਏਗਾ, ਵੋਲੀਅਮ ਚੇਂਜ ਹੁੰਦਾ ਹੋਵੇ, ਟੈਂਪਰੇਚਰ ਚੇਂਜ ਨਹੀਂ ਹੁੰਦਾ। ਇਹਨੂੰ ਤੁਸੀਂ ਨੋਟ ਕਰ ਲਓ। ਹੁਣ ਆਪਾਂ ਇਹਦੇ ਬਾਰੇ ਹੀ ਗਾਂ ਫਰਦਰ ਡਿਸਕਸ ਕਰ ਰਹੇ ਹਾਂ। ਨਾਓ 2 ਤਰ੍ਹਾਂ ਦਾ ਕੰਮ ਹੁੰਦਾ ਹੈ, ਜਾਂ ਤੇ ਬੇਟਾ ਗੈਸ ਜਿਹੜੀ ਹੈ ਐਕਸਪੈਂਡ ਹੁੰਦੀ ਹੈ ਤੇ ਜਾਂ ਜਿਹੜੀ ਗੈਸ ਹੈ ਨਾ ਬੇਟਾ ਉਹ ਕੰਪਰੈਸ ਹੋ ਜਾਂਦੀ ਹੈ। 2 ਹੀ ਕੰਮ ਹੁੰਦੇ ਆ, ਜਾਂ ਤੇ ਗੈਸ ਐਕਸਪੈਂਡ ਹੋਏਗੀ ਜਾਂ ਗੈਸ ਜਿਹੜੀ ਹੈ ਉਹ ਕੰਪਰੈਸ ਹੋਏਗੀ। ਜੇ ਤੇ ਪਿਸਟਨ ਨੂੰ ਇਸ ਤਰ੍ਹਾਂ ਦਬਾਓਗੇ, ਜੋ ਪਿਸਟਨ ਦਬਾ ਦੋਗੇ ਤੇ ਕੀ ਹੋਏਗਾ? ਪ੍ਰੈਸ਼ਰ ਵਧੇਗਾ ਤੇ ਵੋਲੀਅਮ ਘਟ ਜਾਏਗਾ। ਬੇਟਾ ਦੇਖੋ ਜਦੋਂ ਪਿਸਟਨ ਨੀਚੇ ਆ ਜਾਏਗਾ ਆਪਣੇ ਆਪ ਹੀ ਗੈਸ ਜਿਹੜੀ ਕੰਪਰੈਸ ਹੋ ਜਾਏਗੀ, ਵੋਲੀਅਮ ਉਹਦਾ ਘਟ ਜਾਏਗਾ, ਪ੍ਰੈਸ਼ਰ ਵੱਧ ਜਾਏਗਾ। ਤੇ ਜੇ ਪਿਸਟਨ ਉੱਪਰ ਚਲਾ ਗਿਆ ਤੇ ਇਹਦਾ ਮਤਲਬ ਹੈ ਕਿ ਗੈਸ ਕੀ ਹੋ ਜਾਏਗੀ? ਤੁਹਾਡੀ
ਐਕਸਪੈਂਡ ਹੋਗੀ, ਜਾਂ ਤੇ ਗੈਸ ਕੰਪਰੈਸ ਹੋਏਗੀ ਜਾਂ ਗੈਸ ਜਿਹੜੀ ਹੈ ਉਹ ਐਕਸਪੈਂਡ ਹੋ ਸਕਦੀ ਹੈ। ਹਾਂਜੀ ਬੇਟਾ ਕਲੀਅਰ। ਨਾਓ ਜੇ ਤੇ ਅਸੀਂ ਦਬਾਨੇ ਆ, ਕੀ ਕਰ ਰਹੇ ਹਾਂ, ਮੈਂ ਉਹਨੂੰ ਤਾਂ ਦਬਾ ਰਿਹਾ, ਇਹਦਾ ਮਤਲਬ ਗੈਸ ਕੀ ਹੋ ਰਹੀ ਹੈ, ਕੰਪਰੈਸ। ਤੇ ਜਦੋਂ ਅਸੀਂ ਇਹਨੂੰ ਦਬਾਇਆ ਤੇ ਬੇਟਾ ਅਸੀਂ ਵਰਕ ਕੀਤਾ, ਅਸੀਂ ਤੇ ਵਰਕ ਕੀਤਾ, ਗੈਸ ਦੇ ਉੱਪਰ ਕੰਮ ਕੀਤਾ। ਇਟ ਇਜ਼ ਅ ਵਰਕ ਡਨ ਔਨ ਦਾ ਗੈਸ। ਜਦੋਂ ਅਸੀਂ ਕਿਸੇ ਚੀਜ਼ ਨੂੰ, ਪਿਸਟਨ ਨੂੰ ਦਬਾਵਾਂਗੇ, ਗੈਸ ਨੂੰ ਕੰਪਰੈਸ ਕਰਾਂਗੇ, ਉਦੋਂ ਹੁੰਦਾ ਹੈ ਵਰਕ ਡਨ ਔਨ ਦਾ ਗੈਸ। ਹਾਂਜੀ ਬੇਟਾ ਕਲੀਅਰ। ਤੇ ਜੇ ਗੈਸ ਐਕਸਪੈਂਡ ਹੋ ਗਈ, ਜਦੋਂ ਗੈਸ ਐਕਸਪੈਂਡ ਹੋਈ ਤੇ ਇਹਨੇ ਤਾਂ ਚੁੱਕ ਦੇਣਾ ਉਹਨੂੰ, ਅਸੀਂ ਬੋਲਾਂਗੇ ਵਰਕ ਡਨ ਬਾਈ ਦਾ ਗੈਸ। ਜਦੋਂ ਗੈਸ ਐਕਸਪੈਂਡ ਹੁੰਦੀ ਹੈ ਉਦੋਂ ਵਰਡ ਆਉਂਦਾ ਹੈ ਵਰਕ ਡਨ ਬਾਈ ਦਾ ਗੈਸ, ਤੇ ਜਦੋਂ ਅਸੀਂ ਉਹਨੂੰ ਕੰਪਰੈਸ ਕਰਨਾ ਹੈ ਉਦੋਂ ਵਰਡ ਆਉਂਦਾ ਬੇਟਾ ਵਰਕ ਡਨ ਔਨ ਦਾ ਗੈਸ। ਹਾਂਜੀ ਬੇਟਾ ਕਲੀਅਰ। ਐਕਸਪੈਂਡ ਵੀ ਕਰ ਸਕਦੇ ਹਾਂ ਤੇ ਅਸੀਂ ਕੰਪਰੈਸ ਵੀ ਕਰ ਸਕਦੇ ਹਾਂ। ਇੰਨਾ ਕਲੀਅਰ ਹੋ ਗਿਆ। ਕਿੰਨੇ ਮੋਲ ਗੈਸ ਲਈ? 1 ਮੋਲ। ਕਿਹੜੀ ਗੈਸ ਲਈ? ਆਈਡੀਅਲ ਗੈਸ। ਕੱਚ ਭਰੀ, ਸਿਲੰਡਰ 'ਚ ਭਰੀ, ਉੱਪਰ ਕੀ ਲਗਾਇਆ? ਪਿਸਟਨ। ਪਿਸਟਨ ਕਿਸ ਤਰ੍ਹਾਂ ਦਾ ਹੈ? ਫ੍ਰਿਕਸ਼ਨ ਲੈਸ ਪਿਸਟਨ ਹੈਗਾ। ਨਾਓ ਹਾਂਜੀ ਬੇਟਾ ਧਿਆਨ ਨਾਲ ਸੁਣਨਾ। ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਪਰੈਸ ਦੀ। ਹੁਣ ਧਿਆਨ ਨਾਲ ਸੁਣਨਾ, ਕੰਪਰੈਸ ਬਾਰੇ ਮੈਂ ਗੱਲ ਕਰ ਰਿਹਾ। ਮੰਨ ਲਓ ਕਿ ਤੁਸੀਂ ਗੈਸ ਨੂੰ ਕੰਪਰੈਸ ਕਰਤਾ, ਕੀ ਹੋਏਗਾ ਬੇਟਾ? ਸੋਚੋ, ਆਪਣੇ ਦਿਮਾਗ ਲਗਾਓ। ਤੁਸੀਂ ਗੈਸ ਨੂੰ ਕੰਪਰੈਸ ਕਰਤਾ। ਜਦੋਂ ਕਿਸੇ ਚੀਜ਼ ਨੂੰ ਬੇਟਾ ਦਬਾਉਂਦੇ ਆ ਨਾ, ਉਦੋਂ ਤੁਸੀਂ ਦੇਖਣਾ ਹੈ ਇੱਕਦਮ ਹੀਟ ਪ੍ਰੋਡਿਊਸ ਹੁੰਦੀ ਹੈ। ਆਪਣੇ ਹੱਥ ਨੂੰ ਵੀ ਤੁਸੀਂ ਦਬਾ ਕੇ ਦੇਖੋ, ਚੰਗੀ ਤਰ੍ਹਾਂ ਦਬਾਓ, ਇੱਕਦਮ ਦੇਖੋ ਤੁਹਾਡਾ ਹੱਥ ਵਿੱਚੋਂ ਜਿਹੜਾ ਹੈ ਨਾ ਹੀਟ ਪ੍ਰੋਡਿਊਸ ਹੋਏਗੀ। ਜਦੋਂ ਕਿਸੇ ਚੀਜ਼ ਨੂੰ ਦਬਾਇਆ ਜਾਂਦਾ ਹੈ ਉਦੋਂ ਹੀਟ ਪ੍ਰੋਡਿਊਸ ਹੁੰਦੀ ਹੈ। ਇਹਦਾ ਮਤਲਬ ਜਦੋਂ ਅਸੀਂ ਪਿਸਟਨ ਨੂੰ ਕੰਪਰੈਸ ਕਰਾਂਗੇ, ਗੈਸ ਨੂੰ ਅਸੀਂ ਕੰਪਰੈਸ ਕਰਾਂਗੇ, ਪਿਸਟਨ ਨੂੰ ਮਤਲਬ ਉੱਤੇ ਵਰਕ ਕਰਾਂਗੇ, ਗੈਸ ਨੂੰ ਜਦੋਂ ਕੰਪਰੈਸ ਕਰਾਂਗੇ, ਦੈਨ ਵਾਟ ਵਿਲ ਹੈਪਨ? ਬੇਟਾ ਹੀਟ ਪੈਦਾ ਹੋਏਗੀ। ਹਾਂਜੀ ਕਲੀਅਰ। ਜੇ ਮੈਂ ਗੈਸ ਨੂੰ ਕੰਪਰੈਸ ਕੀਤਾ, ਹੀਟ ਪੈਦਾ ਹੋਈ। ਹਾਂਜੀ ਬੇਟਾ ਕਲੀਅਰ। ਵੋਲਿਊਮ ਚੇਂਜ ਹੋਇਆ ਕਿ ਨਹੀਂ ਹੋਇਆ? ਸੋਚੋ, ਜਦੋਂ ਗੈਸ ਕੰਪਰੈਸ ਹੋ ਗਈ ਵੋਲਿਊਮ ਡਿਕਰੀਜ਼ ਹੋ ਗਿਆ। ਕਲੀਅਰ। ਤੇ ਪ੍ਰੈਸ਼ਰ ਵੱਧ ਗਿਆ। ਜਦੋਂ ਇੱਕਦਮ ਦਬਾ ਦੋਗੇ ਪ੍ਰੈਸ਼ਰ ਵੱਧ ਜਾਏਗਾ ਤੇ ਹੀਟ ਪੈਦਾ ਹੋਈ। ਤੇ ਬੇਟਾ ਜਿਹੜੀ ਉਹ ਹੀਟ ਪੈਦਾ ਹੋਈ, ਉਹ ਹੀਟ ਗੈਸ ਨੇ ਅਬਜ਼ੌਰਬ ਕਰ ਜਾਣੀ ਹੈ। ਜਿਹੜੀ ਉਹ ਹੀਟ ਪੈਦਾ ਹੋਏਗੀ ਉਹਦੇ ਅੰਦਰ ਪੈਦਾ ਹੋਈ, ਗੈਸ ਦੇ ਅੰਦਰ ਹੀਟ ਪੈਦਾ ਹੋਈ, ਤੇ ਉਹ ਹੀਟ ਗੈਸ ਅਬਜ਼ੌਰਬ ਕਰ ਜਾਏਗੀ। ਤੇ ਜੇ ਬੇਟਾ ਉਹ ਹੀਟ ਗੈਸ ਨੇ ਅਬਜ਼ੌਰਬ ਕਰ ਲਈ, ਦੈਨ ਵਾਟ ਵਿਲ ਹੈਪਨ? ਗੈਸ ਦਾ ਟੈਂਪਰੇਚਰ ਜਿਹੜਾ ਹੈ ਉਹ ਰਾਈਜ਼ ਹੋ ਜਾਏਗਾ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਮੈਂ ਕੰਪਰੈਸ ਕੀਤਾ ਉਦੋਂ ਹੀਟ ਪੈਦਾ ਹੋਈ, ਉਹ ਹੀਟ ਅੰਦਰ ਨਹੀਂ ਰਹਿਣੀ ਚਾਹੀਦੀ। ਉਹ ਹੀਟ ਜਿਹੜੀ ਹੈ ਸਿਲੰਡਰ ਦੇ ਵਿੱਚੋਂ ਬਾਹਰ ਨਿਕਲ ਜਾਣੀ ਚਾਹੀਦੀ ਹੈ, ਕਿਉਂਕਿ ਜੇ ਉਹ ਹੀਟ ਅੰਦਰ ਰਹਿ ਗਈ ਤੇ ਉਹ ਹੀਟ ਜਿਹੜੀ ਹੈ ਗੈਸ ਨੇ ਹੀ ਅਬਜ਼ੌਰਬ ਕਰ ਜਾਣੀ ਹੈ, ਤੇ ਉਹਦੇ ਨਾਲ ਕੀ ਹੋਣਾ? ਉਹਦਾ ਟੈਂਪਰੇਚਰ ਵੱਧ ਜਾਏਗਾ। ਹਾਂਜੀ ਬੇਟਾ ਕਲੀਅਰ। ਜਿਸ ਤਰ੍ਹਾਂ ਹੁਣ ਕਮਰਾ ਅਸੀਂ ਬੰਦ ਕਰ ਲਈਏ ਬੇਟਾ, ਉੱਥੇ ਹੀਟਰ ਲਗਾ ਦਈਏ, ਕਮਰਾ ਬੰਦ ਕਰਤਾ, ਸਾਰੇ ਪਾਸੋਂ ਹੀਟਰ ਲਗਾਤਾ, ਜਿਹੜੀ ਅੰਦਰ ਹੀਟ ਵੱਧਦੀ ਪਈ ਹੈ, ਅਸੀਂ ਅੰਦਰ ਬੈਠੇ ਆ ਤੇ ਸਾਨੂੰ ਨਿੱਘ ਆਉਂਦਾ ਹੈ, ਅਸੀਂ ਉਹ ਹੀਟ ਅਬਜ਼ੌਰਬ ਕਰਦੇ ਪਏ ਆ, ਤਦੇ ਸਾਨੂੰ ਨਿੱਘ ਆਉਂਦਾ ਹੈ। ਹਾਂਜੀ ਬੇਟਾ ਕਲੀਅਰ। ਹੁਣ ਉਹ ਹੀਟ ਜਿਹੜੀ ਹੈ, ਮੰਨ ਲਓ ਕਿ ਜਿਹੜੀ ਅੰਦਰ ਰਹਿ ਗਈ ਉਹ ਤੇ ਗੈਸ ਨੇ ਅਬਜ਼ੌਰਬ ਕਰ ਲਈ, ਤੇ ਜੇ ਗੈਸ ਨੇ ਹੀਟ ਹੀ ਅਬਜ਼ੌਰਬ ਕਰ ਲਈ ਤੇ ਬੇਟਾ ਸਾਡੀ ਪ੍ਰੋਸੈਸ ਆਈਸੋਥਰਮਲ ਨਹੀਂ ਰਹੇਗੀ, ਕਿਉਂਕਿ ਆਈਸੋਥਰਮਲ ਪ੍ਰੋਸੈਸ ਵਿੱਚ ਟੈਂਪਰੇਚਰ ਸੇਮ ਰਹਿਣਾ ਚਾਹੀਦਾ ਹੈ। ਹਾਂਜੀ ਕਲੀਅਰ। ਟੈਂਪਰੇਚਰ ਸੇਮ ਤਾਂ ਰਹੇਗਾ ਜੇਕਰ ਉਹ ਹੀਟ ਅੰਦਰ ਰਵੇ ਨਾ, ਉਹ ਬਾਹਰ ਨਿਕਲ ਜਾਵੇ। ਇਹਦਾ ਮਤਲਬ ਹੀਟ ਸ਼ੁੱਡ ਨਾਟ ਰਿਮੇਨ ਇਨ ਦਾ ਸਿਲੰਡਰ। ਜਦੋਂ ਗੈਸ ਨੂੰ ਕੰਪਰੈਸ ਕਰੀਏ, ਉਹ ਜਿਹੜੀ ਹੀਟ ਪੈਦਾ ਹੋਈ ਅੰਦਰ ਨਹੀਂ ਰਹਿਣੀ ਚਾਹੀਦੀ, ਉਹ ਬਾਹਰ ਨਿਕਲ ਜਾਣੀ ਚਾਹੀਦੀ ਹੈ। ਤੇ ਇਹਦਾ ਮਤਲਬ ਕਿ ਸਿਲੰਡਰ ਕਿਸ ਤਰ੍ਹਾਂ ਦਾ ਚੂਜ਼ ਕਰਾਂਗੇ? ਇਹਦਾ ਮਤਲਬ ਜਿਹੜਾ ਵੀ ਆਪਾਂ ਸਿਲੰਡਰ ਲੈਣਾ ਹੈ ਨਾ, ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਉਹਦੀਆਂ ਜਿਹੜੀਆਂ ਵਾਲਸ ਨੇ ਪਰਫੈਕਟਲੀ ਕੰਡਕਟਿੰਗ ਹੋਣੀ ਚਾਹੀਦੀਆਂ ਨੇ। ਇਹ ਧਿਆਨ ਰੱਖਣਾ ਹੈ, ਆਹ ਜਿਹੜੀ ਵਾਲ ਹੈ, ਇਟ ਸ਼ੁੱਡ ਬੀ ਪਰਫੈਕਟਲੀ ਕੰਡਕਟਿੰਗ। ਕੰਡਕਟਿੰਗ ਦਾ ਮਤਲਬ ਬੇਟਾ ਕਿ ਜਿਹੜੀ ਹੀਟ ਹੈ ਅੰਦਰੋਂ ਬਾਹਰ ਚਲੀ ਜਾਵੇ ਤੇ ਲੋੜ ਪੈਣ ਤੇ ਬਾਹਰੋਂ ਅੰਦਰ ਵੀ ਆ ਸਕੇ। ਕੰਡਕਟਿੰਗ, ਪਰਫੈਕਟਲੀ ਕੰਡਕਟਿੰਗ ਦਾ ਮਤਲਬ ਹੀਟ ਮਸਟ ਐਕਸਚੇਂਜ ਵਿਦ ਦਾ ਸਰਾਊਂਡਿੰਗ। ਸਰਾਊਂਡਿੰਗ ਦੇ ਨਾਲ ਜਿਹੜੀ ਹੀਟ ਐਕਸਚੇਂਜ ਹੋ ਸਕੇ।
हाँ जी बेटा क्लियर है। ਇਹਦਾ मतलब पहला मैनू जवाब दिओ प्रोसैस किहड़ी कर रहे हैं, आइसोथर्मल। ठीक है, आइसोथर्मल प्रोसैस वास्ते सिलेंडर किस तरह का लेना है, सीधी जी गल। सिलेंडर बोलोगे ओदियां जिहड़ियां वॉल्स ने सिलेंडर दियां, पिस्टन जिहड़ा है सिलेंडर दा यह साडा किस तरह का होना चाहिए, परफेक्टली कंडक्टिंग होना चाहिए। परफेक्टली कंडक्टिंग का मतलब कि जिहड़ी हीट है अंदरों बाहर जा सके ते लोड़ पैन ते हीट बाहरों अंदर आ सके। हाँ जी बेटा क्लियर है। पहली कंडीशन आइसोथर्मल प्रोसेस वास्ते व्हाट इज द फर्स्ट कंडीशन, जे आइसोथर्मल प्रोसेस करनी है पहली कंडीशन केड़ी है, नंबर 1 द वॉल ऑफ द सिलेंडर, ए लिख लेना तुसी, वॉल ऑफ द सिलेंडर एंड पिस्टन ऑफ द सिलेंडर मस्ट बी कंडक्टिंग, वो परफेक्टली कंडक्टिंग होना चाहिए। हीट मस्ट कैन एक्सचेंज विद द सराउंडिंग, सराउंडिंग दे नाल हीट जिहड़ी एक्सचेंज होनी चाहिए है। हाँ जी बेटा क्लियर। की कीता सी, कंप्रेस, बिल्कुल ठीक। जे कंप्रेस कीता की पैदा हुई, हीट पैदा हुई। की हीट अंदर रहनी चाहिए है, नहीं रहनी चाहिए, तो वो हीट किथे जानी चाहिए है, बाहर, तदे टेंपरेचर सेम रहेगा, तो बाहर तां ही जाएगी जेकर वो वॉल किस तरह दी होणगीਆਂ बेटा, कंडक्टिंग होणगीਆਂ। यह तुहानूं बेटा क्लीयर हो गया। हाँ जी ठीक। नाउ हुण गल है स्लो के फास्ट, ए बेटा दो वर्ड है, हुणे ध्यान नाल सुनना। सिलेंडर दा पिस्टन मैं एकदम दबाता, एकदम फास्ट दबाता, ध्यान देखना। सिलेंडर विच गैस भरी, पिस्टन एकदम बेटा मैं दबा दिता, तो जो मैं पिस्टन एकदम फास्ट दबा दिता तो की होएगा, एकदम दबान दे नाल हीट पैदा हो गई, वो तो एकदम हीट पैदा हो गई बड़ी सारी, एकदम दबान दे नाल काफी हीट पैदा हो गई। हाँ जी बेटा क्लियर। तो बेटा वो हीट जिहड़ी अंदर पैदा हुई, वॉल पे मेरी कंडक्टिंग है, हीट बाहर ते निकल जाएगी, पर बेटा सारी हीट एकदम निकलेगी बाहर, उन्होंने तो टाइम चाहिए। हीट नूं बाहर निकलने वास्ते कुछ ना कुछ तो बेटा टाइम लगेगा। तुसी एकदम दबा के सिलेंडर नूं एकदम फास्टली काम कर लिया, हीट पैदा कर ली, तो बेटा उन्होंने एकदम बाहर निकलन दे विच ते टाइम लगेगा। तो बेटा जे उन्होंने हीट नूं बाहर निकलण दे विच थोड़ा जिहा भी टाइम लग गया, तो उन्नी देर नूं आ जिहड़ी गैस है ना, उन्हें कुछ हीट अंदर अबजॉर्ब कर जानी है, तो बेटा उहदे नाल की होएगा, तो गैस का टैंपरेचर तो वध गया, हीट तो बाहर निकल जाएगी, पर कुछ समय बाद उन्नी देर नूं गैस ने कुछ ना कुछ उन्होंने अबजॉर्ब कर देना, बेटा उसका टैंपरेचर जिहड़ा है वो राइज कर जाएगा। की हुण उहनूं फास्ट कंप्रेस करिए, नहीं करना फास्ट। अच्छा जी आप स्लो करते हैं, थोड़ा जा कंप्रेस किया, जो थोड़ा जा स्लोली कंप्रेस करोगे थोड़ी जी हीट पैदा होएगी, तो जिन्नी की हीट पैदा हुई थोड़ी जी वो नाल दे नाल बाहर निकल जाएगी, तो गैस का टैंपरेचर एकदम नहीं ਵਧੇਗਾ, वो सेम रहेगा। हाँ जी बेटा क्लियर। ਇਹਦਾ मतलब ਜਦੋਂ भी आइसोथर्मल प्रोसैस करनी है तो ध्यान नाल सोचना है, प्रोसैस मस्ट बी स्लो के फास्ट, प्रोसैस मस्ट बी स्लो, ਉਹਨੂੰ स्लोली कंप्रेस करना है। स्लोली कंप्रेस करने ਦੇ ਨਾਲ थोड़ी जी हीट पैदा होएगी, ਤੇ ਉਹਨੇ थोड़ी जी हैगी है बेटा ਉਹ ਨਾਲ ਦੀ ਨਾਲ ਬਾਹਰ ਨਿਕਲਦੀ ਜਾਏਗੀ। ਆ ਨਹੀਂ ਕਿ ਤੁਸੀਂ ਇਕੱਠੀ ਇੱਕਦਮ ਹੀ ਹੀਟ ਪੈਦਾ ਕਰ ਲਈ ਸਾਰੀ, ਤੇ ਜਦੋਂ ਸਾਰੀ ਹੀਟ ਇਕੱਠੀ ਪੈਦਾ ਕਰ ਲੋਗੇ ਤੇ ਉਹਨੇ ਬਾਹਰ ਨਿਕਲਣ ਦੇ ਟਾਈਮ ਲੱਗ ਜਾਣਾ ਉਹਨੂੰ ਇਕੱਠੇ ਨੂੰ, ਤੇ ਉਹਨੇ ਦੇਰ ਨੂੰ ਗੈਸ ਨੇ ਅਬਜ਼ੌਰਬ ਕਰ ਜਾਣੀ, ਤੇ ਗੈਸ ਦਾ ਟੈਂਪਰੇਚਰ ਬੇਟਾ ਉਹ ਰਾਈਜ਼ ਕਰ ਜਾਏਗਾ। ਇਹਦਾ ਮਤਲਬ ਸਾਡੇ ਕੋਲ ਆਈਸੋਥਰਮਲ ਪ੍ਰੋਸੈਸ ਵਾਸਤੇ पहली कंडीशन द वॉल ऑफ द सिलेंडर शुड बी परफेक्टली कंडक्टिंग, पहली गल तो वो वॉल साडी परफेक्टली कंडक्टिंग होनी चाहिए है। तो दूसरी कंडीशन की है कि साडी जिहड़ी प्रोसैस है इट मस्ट टेक प्लेस एट स्लो रेट, बिल्कुल स्लो स्पीड ते करनी है, स्लो रेट ते करनी है, तां जो गैस जिहड़ी हीट है वो सराउंडिंग दे नाल ओनू एक्सचेंज होने वास्ते टाइम मिल जाए। हाँ जी बेटा क्लियर है। थोड़ी थोड़ी हीट पैदा करनी है, नाल नाल बाहर निकली जाएगी, कट्ठी हीट पैदा नहीं कर देनी। आई थिंक बेटा तुहानू दोनों चीज़ां क्लियर हो गई। व्हाट इज आइसोथर्मल प्रोसैस, आई थिंक तुहानू बेटा क्लियर है कि आइसोथर्मल प्रोसैस है की। दूसरा यह भी तुहानू क्लियर है कि आइसोथर्मल प्रोसैस वास्ते सानू की करना है, परफेक्टली कंडक्टिंग वॉल ते नाल प्रोसैस चलानी है बेटा स्लो रेट के उत्ते, हौली हौली इहनू कंप्रैस करना है। हाँ जी बेटा क्लियर। नाउ
मैं तो कंप्रैस की गल कर रहा सी। ते जे बेटा असीं एक्सपैंड की गल करिए, हुण सोचो ध्यान नाल, मान लो पिस्टन तां चुक्या गया, जो पिस्टन बेटा चलो तां चुक्या जाएगा, की होएगा, गैस की होएगी, एक्सपैंड हो जाएगी। जो पिस्टन थोड़ा तां चुक दोगे तो गैस एक्सपैंड हो गई। बेटा जो गैस एक्सपैंड हो गई, तुहानू पता है कोई चीज़ एक्सपैंड हो तो ठंडी हो जाती है। चाह कप हैगी ना बड़ी गर्म है, तो जो तुम प्लेट च पा के पीनी है तो तुम वेख्या होना है ज़्यादा एरिया हो जाता है, तो उदों ठंडी हो जाती है चीज़। हाँ जी बेटा क्लीयर। तो जो गैस एक्सपैंड हुई, पिस्टन तां चुक्या गया, तो की होएगा, प्रैशर घट गया, वॉल्यूम वध गया, तो बेटा टैंपरेचर तो एकदम फॉल कर देगा। तो असी वॉल किहड़ियां लईआं, सिलेंडर की वॉल किस तरह की है, कंडक्टिंग। मैं क्या सी अंदरों हीट बाहर भी जा सकती है, तो बाहर वाली हीट अंदर भी आ सकती है। तो जो गैस एक्सपैंड होएगी, वॉल कंडक्टिंग ने, अंदर टैंपरेचर घटन लगेगा, पर बाहरों हीट जिहड़ी है सराउंडिंग तो, जिहड़ी सराउंडिंग है साडी बाहर, उतों हीट जिहड़ी है वो अंदर आनी शुरू हो जाएगी, तो अंदर उहदा टैंपरेचर जिहड़ा है वो सेम रहेगा। हाँ जी बेटा क्लीयर। जे दबाओगे तो हीट अंदरों बाहर जाएगी, जे गैस नूं एक्सपैंड करोगे तो बाहरों हीट अंदर आएगी थ्रू द कंडक्टिंग वॉल। हाँ जी बेटा क्लीयर। हाँ जी क्लीयर है। तो जे तुसी हुण सोचो फास्ट के स्लो, आपे आइडिया लगाओ। जे ते एकदम उन्होंने एक्सपैंड करता, फास्ट एकदम एक्सपैंड करता, तो बेटा जो एकदम उन्होंने एक्सपैंड करोगे, अंदर हीट घट गई, तो बाहरों अंदर आने विच की लगेगा, बेटा टाइम लग जाना है, एकदम तो अंदर आएगी नहीं, तो उन्नी देर नूं गैस बेटा उसका टैंपरेचर फॉल कर देगा। ਇਹਦਾ मतलब तुसी जो भी इनू एक्सपैंड करना है, स्लोली करना है, थोड़ा जिहा एक्सपैंड करो, थोड़ा जिहा टैंपरेचर घटिया, उन्नी देर बाहरों हीट अंदर आ गई, सेम रहेगा। हाँ जी बेटा क्लीयर। भावें एक्सपैंड करो भावें कंप्रैस करो, प्रोसैस मस्ट बी एट स्लो रेट। यह प्रोसैस बेटा तुहाडी स्लो रेट ते ही चलनी है, ते वॉल साडियां जड़ियां ने वो परफेक्टली कंडक्टिंग होनी चाहिए है। आई थिंक बेटा तुहानू हुण क्लीयर हो गया, यह दोनों प्रोसैसिस बारे क्लीयर। नाउ बेटा जी आइसोथर्मल प्रोसैस है, ओदी एग्जाम्पल मेल्टिंग प्रोसैस, यह आम तुसी बेटा केमिस्ट्री च पढ़ते हैं। एक बॉयलिंग प्रोसैस, जदों कोई चीज़ मेल्ट होंदी है जां कोई चीज़ बेटा बॉयल होंदी है, जिस तरह वाटर का बॉयलिंग टैंपरेचर 100 डिग्री सैल्सीयस है, तो जो वो बॉयल होंदा है ना, जो पानी बॉयल होना शुरू हो जाता है, उस तो बाद उसका टैंपरेचर बेटा नहीं चेंज होता, वो 100 ही रहिंदा है वाटर का। बॉयलिंग प्रोसैस ते मेल्टिंग प्रोसैस, जिवें 0 डिग्री ते बर्फ की गल करिए वो मेल्ट होंदी है। मेल्टिंग प्रोसैस ते बॉयलिंग प्रोसैस आर दी एग्जाम्पल्स ऑफ आइसोथर्मल प्रोसैस। इन्हां दोनों प्रोसैसिस विच बेटा टैंपरेचर ऑफ द सबस्टांस रिमेन सेम। तुहानू कोई पूछे कि मैनू एग्जाम्पल दो आइसोथर्मल प्रोसैस दी, तुसी बोलोगे मेल्टिंग प्रोसैस है जी। मैं पूछा दूजी होर एग्जाम्पल बोलो, तुसी बोलोगे बॉयलिंग प्रोसैस। ए दोनों ही साडियां आइसोथर्मल प्रोसैसिस हैगियां बेटा। दोनों केसां दे विच साडा जिहड़ा टैंपरेचर है वो हमेशा सेम रहता है। बॉयलिंग ऑफ वाटर 100 डिग्री ते, मेल्टिंग ऑफ आइस तुहानू पता ही है बेटा 0 डिग्री ते हुंदा है। इहदे बारे डिटेल स्टडी बेटा असीं बाद चों करांगे। हुण नाउ एक मैं इत्थे गैस इक्वेशन लिखी सी बेटा, जे तुहानू याद होवे आइडियल गैस इक्वेशन लिखी सी, तो जेड़े बच्चे नू याद है वो दवा दव अपने माइंड विच बोल भी सकदा है कि आइडियल गैस इक्वेशन जिहड़ी है, आइडियल गैस इक्वेशन PV इज इक्वल टू nRT। ऐ असी बेटा पढ़ी सी, PV इक्वल टू nRT, बिल्कुल ठीक। व्हाट इज n? नंबर ऑफ मोल्स। पर बेटा मैं अपने नंबर ऑफ मोल किन्ने लैके चलिया सी? 1 मोल। ਇਹਦਾ मतलब जी मेरे को 1 मोल गैस है तो n की जगह असीं कितना भर देंगे? 1 ग्राम मोल। ਇਹਦਾ मतलब PV इज इक्वल टू RT कादे वास्ते? फॉर 1 ग्राम मोल। जे 1 मोल गैस है तो असीं इत्थे 1 भरता, साडे को बन गई PV इज इक्वल टू RT। यह इक्वेशन बेटा साडी हैगी है, यह तुहानू क्लीयर है। आई थिंक तुसीं जदों
ਕੈਮਿਸਟਰੀ ਦੇ ਲੈਕਚਰ ਲਗਾਏ ਨੇ ਪਹਿਲੇ, ਉਹਦੇ ਵਿੱਚ ਤੁਸੀਂ ਇਹਦੇ ਬਾਰੇ ਡਿਟੇਲ ਵਿੱਚ ਸਟੱਡੀ ਕੀਤੀ ਹੋਈ ਹੈ। ਨਾਓ what is R? बेटा it is a gas constant, that a constant है। क्लियर? प्रोसेस केड़ी है, देखो ध्यान ना झाती मारो, प्रोसेस केड़ी है आइसोथर्मल। ते आइसोथर्मल विचों तीनों विचों कौन कांस्टेंट होता है, जल्दी बोलो, जल्दी जल्दी फास्ट। आ तो वैसे ही कांस्टेंट है, प्रोसेस में आइसोथर्मल की गल कर रहे हैं। ते आइसोथर्मल विच कौन कांस्टेंट होता है, आइसोथर्मल विच टैंपरेचर कांस्टेंट है, आप डिस्कस किया सारा होने। ਇਹਦਾ मतलब आर वैसे कांस्टेंट ते आइसोथर्मल प्रोसेस विच टैंपरेचर भी कांस्टेंट, ਇਹਦਾ मतलब आ भी कांस्टेंट ते टी भी कांस्टेंट। हियर टी इज कांस्टेंट। ਕਿਹੜੀ प्रोसेस वास्ते गल कर रहे हैं, सिर्फ ते सिर्फ आइसोथर्मल वास्ते जे बेटा है, एवं नहीं टैंपरेचर कांस्टेंट नहीं होता। अच्छा टी कांस्टेंट, आर की है कांस्टेंट, दिस इंप्लाई पीवी इक्वल टू साडे कोल की आ गया बेटा, पीवी इक्वल टू कांस्टेंट। आर वैसे कांस्टेंट है, आइसोथर्मल प्रोसेस वास्ते टैंपरेचर वैसे कांस्टेंट है, तो ਇਹਦਾ मतलब साडी इक्वेशन आ गई पीवी इक्वल टू कांस्टेंट। ਇਹ ਹੈਗੀ ਆ आइडियल गैस इक्वेशन कादे वास्ते, आइसोथर्मल प्रोसेस वास्ते। हाँ जी यह की है आइडियल गैस इक्वेशन, यह सिंपल इक्वेशन है पीवी इज इक्वल टू एन आर टी। पर जे मैं पूछा आइडियल गैस इक्वेशन आइसोथर्मल प्रोसेस वास्ते केड़ी है, तो तुसी सोचना है आइसोथर्मल प्रोसेस है तो ਇਹਦਾ मतलब टैंपरेचर कांस्टेंट है। जे टैंपरेचर कांस्टेंट है बेटा सारा ही कांस्टेंट हो गया, तो तुसी बोलना है सर पीवी इक्वल टू कांस्टेंट। ਇਹਦਾ मतलब आइसोथर्मल प्रोसेस ਦੀ इक्वेशन PV इक्वल टू कांस्टेंट, ते वैसे गैस इक्वेशन केड़ी है PV इक्वल टू RT 1 मोल वास्ते, ते आइसोथर्मल वास्ते PV इक्वल टू कांस्टेंट। आई थिंक बेटा तुहानू यह चीज क्लियर हो गई। व्हाट इज अ आइसोथर्मल गैस इक्वेशन, आइडियल गैस इक्वेशन कादे वास्ते, आइसोथर्मल प्रोसेस केड़ी इक्वेशन है PV इक्वल टू K। व्हाट इज K? K का मतलब है बेटा कांस्टेंट, PV इक्वल टू K, K इज कांस्टेंट। इन्हां दोनों दी प्रोडक्ट बेटा हमेशा कांस्टेंट होएगी। इट इज आल्सो बेटा बॉयल्स लॉ, ਇਹ ਵੀ ਤੁਸੀਂ ਕੈਮਿਸਟਰੀ 'ਚ ਪੜਿਆ, ਬॉयल्स ਲਾ, ਚਾਰਲਸ ਲਾ ਜਿਹੜੇ ਆ ਤੁਸੀਂ ਡਿਟੇਲ 'ਚ ਸਟੱਡੀ ਕਰ ਚੁੱਕੇ ਜੇ ਬੇਟਾ ਸਾਰੀ। ਇਟ ਇਜ਼ ਆਲਸੋ ਦਾ ਬॉयल्स ਲਾ ਇਕੁਏਸ਼ਨ PV ਇਕੁਅਲ ਟੂ ਕਾਂਸਟੈਂਟ, ਟੈਂਪਰੇਚਰ ਜਿਹੜਾ ਹੈ ਉਹ ਕਾਂਸਟੈਂਟ ਰਹੇਗਾ। ਤੇ ਜੇ ਬੇਟਾ ਮੈਂ V ਨੀਚੇ ਸੁੱਟ ਦਵਾਂ ਇਹਦੇ, ਮੇਰੇ ਕੋ ਕੀ ਇਕੁਏਸ਼ਨ ਕੀ ਆਏਗੀ, ਪ੍ਰੈਸ਼ਰ इज इक्वल टू K ओवर V, V मैं नीचे लै गया ਉਹਦੇ। ਇਹਦਾ मतलब ਪ੍ਰੈਸ਼ਰ ਵਧੇਗਾ ਤੇ ਵੋਲਿਊਮ ਘਟੇਗਾ, ਤੇ ਜੇ ਪ੍ਰੈਸ਼ਰ ਘਟੇਗਾ ਤੇ ਵੋਲਿਊਮ ਵਧੇਗਾ। ਹਾਂਜੀ ਕਲੀਅਰ ਹੈ। ਟੈਂਪਰੇਚਰ ਅਸੀਂ ਸੇਮ ਰੱਖਣਾ ਹੈ, ਪ੍ਰੈਸ਼ਰ ਤੇ ਵੋਲਿਊਮ ਆਪਸ ਵਿੱਚ ਇਨਵਰਸਲੀ ਨੇ, ਤੇ ਇਹਨਾਂ ਦੋਨਾਂ ਦੀ ਜਿਹੜੀ ਪ੍ਰੋਡਕਟ ਹੈ ਉਹ ਹਮੇਸ਼ਾ ਕੀ ਰਹੇਗੀ बेटा कांस्टेंट। की रहेगी कांस्टेंट, ਕਿਹੜੀ ਕਿਹੜੀ ਚੀਜ਼, प्रोडक्ट ऑफ एक आ गया बेटा प्रेशर एंड दूजा की हैगा साडे कोल वॉल्यूम। हाँ जी रिमेन कांस्टेंट, वो कांस्टेंट रहेगी। कादे वास्ते सानू पता है आइसोथर्मल केड़ी प्रोसेस है, आइसोथर्मल प्रोसेस वास्ते ए दोनों दी जड़ी है प्रोडक्ट इट विल रिमेन कांस्टेंट। हाँ जी बेटा क्लियर, PV इज इक्वल टू K। बड़ी फास्ट बोलना है, मैं जो टेस्ट लेना बेटा मैं सीधा ही पूछना जी व्हाट इज आइसोथर्मल इक्वेशन, तुसी बोलना PV इक्वल टू कांस्टेंट। मैं पूछना आइडियल गैस इक्वेशन, तुसी बोलना PV इक्वल टू nRT। मैं पूछना 1 मोल वास्ते, तुसी बोलना PV इक्वल टू RT। ते मैं बोलना आइसोथर्मल गैस इक्वेशन, तुसी बोलना PV इक्वल टू कांस्टेंट। हाँ जी बेटा यह दोनों चीज़ों की प्रोडक्ट सेम रहेगी। देयरफॉर P1 V1 इक्वल टू P2 V2। हाँ जी की मतलब, मान लो पहला प्रैशर P1 सी ते उदों वॉल्यूम सी बेटा गैस का V1। मान लो कोई स्टेज दसी है,
पहला प्रैशर सी मान लो P1, उस टाइम ते वॉल्यूम कितना सी V1। हाँ जी बेटा क्लियर। ते जदों नवा प्रैशर मैं गैस एक्सपैंड कर दी या कंप्रेस कर दी, नवा प्रैशर P2 आ गया, नवा वॉल्यूम कितना आ गया V2। बट इन्हां दी प्रोडक्ट हमेशा सेम रहेगी, जिन्नी प्रोडक्ट पहला है ओनी ही प्रोडक्ट बाद चों आएगी। कहने का मतलब जे पहला इन्हां नूं मल्टीप्लाई करके 100 आंदा ना, ते बाद विचों भी मल्टीप्लाई करके बेटा 100 ही आएगा। फिर सुनो, मान लो पहला प्रैशर सी बेटा अपना 50 ते वॉल्यूम सीगा 2। मान लो पहला गैस का प्रैशर सी 50 ते वॉल्यूम सी मान लो 2, ते जदों नवा प्रैशर बन गया, मान लो प्रैशर घट गया, गैस जिहड़ी है एक्सपैंड होगी, ठीक है, ते इधरों वॉल्यूम आ जाएगा 4, ते बेटा आ भी 100 आएगा ते ओ भी 100 ही आएगा। कहने का मतलब पहला प्रैशर 50 सी ते वॉल्यूम सी मान लो 2 ते प्रोडक्ट आ रही सी 100, ते जे प्रैशर घट के 25 हो गया ना, तो उधरों वॉल्यूम आ जाएगा, वॉल्यूम कितना हो गया 4, पर यह प्रोडक्ट जिहड़ी है हमेशा सेम रहेगी। एदी प्रोडक्ट हर टाइम ते बेटा सेम रहना, इहदे च कोई चेंज नहीं आती। P1 V1 इक्वल टू P2 V2, ਇਹਦਾ मतलब PV इक्वल टू कांस्टेंट की चीज है, PV इक्वल टू कांस्टेंट आइसोथर्मल गैस इक्वेशन है। तो जे मैं बोला P1 V1 इक्वल टू P2 V2, यह भी साडी एक बेटा आइडियल गैस इक्वेशन है, क्योंकि ये प्रोडक्ट जिहड़ी है हमेशा सेम रहेगी। आई थिंक बेटा तुहानूं अज दा लैक्चर इत्थे तक सारा क्लीयर हो गया। हाँ जी बेटा क्लीयर। ਇਹਦਾ क्वेश्चन किस तरह आता है बेटा नोट कर लो। व्हाट इज आइसोथर्मल प्रोसेस, पहला इसकी डेफिनेशन, व्हाट इज आइसोथर्मल प्रोसेस, नाल ही ਇਹਦਾ क्वेश्चन क्या आएगा, गिव एग्जांपल्स, ਇਹਦੀਆਂ एग्जांपल्स दियो, वो बॉइलिंग पॉइंट वाली ते मेल्टिंग पॉइंट वाली, क्लियर। फिर होर की आएगा, नाल पूछा जाएगा कि आइसोथर्मल प्रोसेस वास्ते कंडीशंस की हैगियां ने, तुसी बोलोगे वॉल्स ऑफ सिलेंडर दियां परफेक्टली कंडक्टिंग होनी चाहिए ते प्रोसेस स्लो रेट पे होनी चाहिए, यह क्वेश्चन आएगा। फिर होर पूछते हैं कि आइसोथर्मल गैस इक्वेशन दसो, तुसी बोलोगे PV इक्वल टू कांस्टेंट होएगा। नाउ नैक्सट लैक्चर दे विच असीं बेटा वर्क डन इन आइसोथर्मल प्रोसेस जिहड़ा वो कैलकुलेट करांगे। थैंक यू।